ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ, ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ। ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾ ਤੱਕ ਦਰਸ ਨਿਹਾਰੀ। ਅਗਮ ਅਗੋਚਰ ਸਤਿਗੁਰੂ, ਬੋਲੇ ਮੁਖ ਤੇ ਸੁਣਹੁ ਸੰਸਾਰੀ। ਕਲ ਯੁਗ ਪੀੜੀ ਸੋਢੀਆਂ, ਨਿਹਚਲ ਨੀਵ ਉਸਾਰ ਖਲਾਰੀ। ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਸਾ ਧਰਤੀ ਭਈ ਹਰਿਆਵਲੀ, ਜਿਥੈ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ, ਜਿਨ ਨਾਮ ਆਰਾਧਿਆ। ਆਪ ਤਰਿਆ ਜਿਨੀ ਡਿਠਾ, ਤਿਨਾ ਲਏ ਛਡਾਏ। ਹਰ ਸਤਿਗੁਰ ਮੇਲਹੁ ਦਇਆ ਕਰ, ਜਨ ਨਾਨਕ ਧੋਵੈ ਪਾਏ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ। ਆਸਾੜਤ ਪੰਦਾ ਤਿਸ ਲੱਗੈ, ਹਰ ਨਾਹੁ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਆਸਾੜਤ ਪੰਦਾ ਤਿਸ ਲੱਗੈ, ਹਰ ਨਾਹੁ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਦੁਐ ਭਾਈ ਵਿਗੁਚੀਐ, ਗਲ ਪਈ ਸੋ ਜਮ ਕੀ ਫਾਸ। ਜਿਹਾ ਬੀਜੈ ਸੋ ਲੁਣੈ, ਮਥੈ ਜੋ ਲਿਖਿਆਸ। ਰੈਣ ਬਿਹਾਣੀ ਪਛਤਾਣੀ, ਉਠ ਚੱਲੀ ਗਈ ਨਿਰਾਸ। ਜਿਨ ਕੋ ਸਾਧੂ ਭੇਟੀਐ, ਸੋ ਦਰਗਹਿ ਹੋਈ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ,
ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਦੀਨ ਦਇਆਲ ਮਿਹਰਬਾਨ ਤਖਤ ਚੌਰ ਸ਼ਕਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਬਹਾਦਰ ਬਾਬਾ ਬੇਦੀ ਚੰਦ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ, ਪੰਜ ਬਾਣੀਆਂ ਦਾ ਨਿਤਨੇਮ ਹੋਇਆ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਦੀ ਸੇਵਾ ਹੋਈ। ਸਤਿਗੁਰੂ ਜੀ ਨੇ ਆਪਣੇ ਪਵਿੱਤਰ ਦਰਸ਼ਨ ਬਖਸ਼ਿਸ਼ ਕੀਤੇ ਔਰ ਸੰਗਰਾਮ ਦਾ ਦਿਹਾੜਾ ਜਾਣਦਿਆਂ ਹੋਇਆਂ 12 ਮਾਹ ਬਾਣੀ ਦਾ ਪਾਠ ਵੀ ਹੋਇਆ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਸਾਧ ਸੰਗਤ ਜੀ, ਇਹ ਸਤ ਸੰਗੀਆਂ ਗੁਰਮੁਖਾਂ ਨੂੰ ਮਹਾਰਾਜ ਸਾਹਿਬ ਜੀ ਨੇ ਸਤ ਸੰਗਤ ਦੀ ਦਾਤ ਇਹ ਗਰੀਬ ਨਿਵਾਜ ਸਾਹਿਬ ਜੀ ਨੇ ਸੁਭਾਗੀਆਂ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਅਮੋਲਕ ਸਮਾਂ ਪ੍ਰਾਪਤ ਹੋਇਆ, ਕਿਉਂਕਿ ਸਮਾਂ ਤਾਂ ਆਪਣੀ ਚਾਲੇ ਸਾਧ ਸੰਗਤ ਜੀ ਚੱਲਦਾ ਹੀ ਜਾਂਦਾ ਹੈ, ਤੁਰਿਆ ਹੀ ਜਾਂਦਾ ਹੈ, ਪਰ ਸਮਾਂ ਧਨ ਕਿਹੜਾ ਹੈ, ਸਮਾਂ ਭਾਗਾਂ ਵਾਲਾ ਕਿਹੜਾ ਹੈ। ਗੁਰੂ ਸਾਹਿਬ ਕਹਿੰਦੇ ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲ ਸਾਰ, ਧਨ ਸੋ ਦਿਨ ਸੋ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ। ਜਿਸ ਵੇਲੇ ਗੁਰੂ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਹੋਣ ਉਹ ਧਨਤਾ ਦੇ ਯੋਗ ਸਮਾਂ ਹੈ। ਅੱਜ ਜਿੱਥੇ ਸਾਧ ਸੰਗਤ ਜੀ ਹਾੜ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ, ਉੱਥੇ ਨਾਲ ਨਾਲ ਮੀਰੀ ਪੀਰੀ ਦੇ ਮਾਲਕ ਦੇਗ ਤੇਗ ਦੇ ਧਣੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਹਾਰ ਛੇਵੇਂ ਪਾਤਸ਼ਾਹ ਬੰਦੀ ਛੋੜ ਦਾਤਾ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਵੀ ਹੈ। ਆਪ ਸਰਬੱਤ ਗੁਰੂ ਕੀਆਂ ਸੰਗਤਾਂ ਨੂੰ ਛੇਵੇਂ ਪਾਤਸ਼ਾਹ ਦਸਤਗੀਰ ਹੋਏ ਪੰਜ ਪੀਰ ਹਰਗੁਰ ਹਰਗੋਬਿੰਦ ਅਤੋਲਾ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 427 ਸਾਲਾ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਨੇ ਜੋ 12 ਮਾਹ ਬਾਣੀ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਪੰਚਮ ਪਾਤਸ਼ਾਹ ਜੀ ਨੇ, ਉਸ ਦੀ ਵਿਚਾਰ ਵੀ ਆਪਾਂ ਸਾਧ ਸੰਗਤ ਜੀ ਸਾਂਝੀ ਕਰਨੀ ਹੈ। ਨਾਲ ਸੂਖਮ ਰੂਪ ਦੇ ਵਿੱਚ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਵਿੱਚੋਂ ਵੀ ਕੁਝ ਵਿਚਾਰ ਸਾਂਝੀ ਕਰਦੇ ਹਾਂ। ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਅੰਦਰ ਫਰਮਾਇਆ ਹੈ, ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਉਹ ਧਰਤੀ ਵੀ ਭਾਗਾਂ ਵਾਲੀ ਹੈ ਜਿੱਥੇ ਸਤਿਗੁਰੂ ਜੀ ਆ ਕੇ ਬੈਠਦੇ ਹਨ। ਉਹ ਜੀਵ ਜੰਤੂ ਵੀ ਭਾਗਾਂ ਵਾਲੇ ਹਰੇ ਭਰੇ ਸ਼ੁਭ ਗੁਣਾਂ ਦੀ ਹਰਿਆਵਲਤਾ ਦੇ ਸਹਿਤ ਹੋ ਜਾਂਦੇ ਹਨ ਜੋ ਜੀਵ ਸਤਿਗੁਰੂ ਜੀ ਦਾ ਦਰਸ਼ਨ ਕਰਦੇ ਹਨ। ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਪਿਤਾ ਜੀ ਵੀ ਧੰਨ ਧੰਨ, ਮਾਤਾ ਜੀ ਵੀ ਧੰਨ ਧੰਨ, ਤੇ ਉਹ ਕੁਲ ਵੀ ਧੰਨ ਧੰਨ ਹੈ ਜਿਸ ਕੁਲ ਦੇ ਵਿੱਚ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੋਢੀ ਪੁਲ ਦੇ ਵਿੱਚ ਪ੍ਰਗਟ ਹੋਏ। ਆਪਾਂ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਪੜ੍ਹਦੇ ਸੁਣਦੇ ਹਾਂ। ਭਾਈ ਸਾਹਿਬ ਜੀ ਨੇ ਆਖਿਆ, ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ।
ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਾਰੇ ਉਪਕਾਰੀ। ਦਲਾਂ ਨੂੰ ਭੰਨ ਦੇਣ ਵਾਲੇ ਵੱਡੇ ਯੋਧੇ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਸਤਿਗੁਰਾਂ ਦਾ ਪ੍ਰਕਾਸ਼ ਵਡਾਲੀ ਨਗਰ ਦੇ ਵਿੱਚ ਹੋਇਆ। ਸਾਧ ਸੰਗਤ ਜੀ, ਜਿਸ ਵਡਾਲੀ ਨਗਰ ਦਾ ਪਹਿਲਾ ਨਾਮ ਵਡਾਲੀ ਹੀ ਹੈ, ਜਿਸ ਨੂੰ ਅੱਜ ਕੱਲ੍ਹ ਗੁਰੂ ਕੀ ਵਡਾਲੀ ਕਿਹਾ ਜਾਂਦਾ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪੰਚਮ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਸਾਧ ਸੰਗਤ ਜੀ ਆਨੰਦ ਕਾਰਜ 16 ਸਾਲ ਦੀ ਉਮਰ ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਦੀ ਲਿਖਤ ਮੁਤਾਬਕ 23 ਹਾੜ ਬਿਕਰਮੀ ਸੰਮਤ 1636 ਨੂੰ ਮੌ ਸਾਹਿਬ ਨਗਰ ਫਿਲੌਰ ਦੇ ਇਲਾਕੇ ਵਿੱਚ ਸਤਿਕਾਰਯੋਗ ਮਾਤਾ ਗੰਗਾ ਜੀ ਦੇ ਨਾਲ ਹੋਇਆ। ਔਰ ਸਮੇਂ ਦੇ ਨਾਲ 16 ਸਾਲਾਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਜੋ ਭਾਈ ਕਾਹਨ ਸਿੰਘ ਨਾਭਾ ਜੀ ਦੀ ਲਿਖਤ ਹੈ। ਜਿਸ ਵੇਲੇ 15 ਸਾਲ ਹੋ ਗਏ ਹਨ ਸਤਿਗੁਰੂ ਪੰਚਮ ਪਾਤਸ਼ਾਹ ਤੇ ਧੰਨ ਮਾਤਾ ਗੰਗਾ ਜੀ ਦੇ ਆਨੰਦ ਕਾਰਜ ਨੂੰ, ਔਰ ਬਾਬਾ ਪ੍ਰਿਥੀ ਚੰਦ ਤੇ ਉਹਨਾਂ ਦੇ ਘਰੋਂ ਬੀਬੀ ਕਰਮੋ, ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਬੀਬੀ ਕਰਮੋ ਕਹਿੰਦੀ ਹੈ ਬਾਬੇ ਪ੍ਰਿਥੀ ਚੰਦ ਨੂੰ ਕਿ ਜੇ ਤੁਸੀਂ ਪਿਤਾ ਸਤਿਗੁਰੂ ਜੀ ਦੀ ਆਗਿਆ ਵਿੱਚ ਰਹਿੰਦੇ, ਸੇਵਾ ਕਮਾਉਂਦੇ ਤੇ ਗੁਰਤਾ ਗੱਦੀ ਤੁਹਾਨੂੰ ਪ੍ਰਾਪਤ ਹੁੰਦੀ, ਆਪਣੇ ਘਰ ਵਿੱਚ ਆਉਂਦੀ। ਬਾਬੇ ਪ੍ਰਿਥੀ ਚੰਦ ਨੇ ਆਖਿਆ ਫਿਰ ਕੀ ਹੋਇਆ ਵੀ ਸਾਡੇ ਸ਼ਰੀਕਾਂ ਦੇ ਘਰ ਵਿੱਚ ਕਿਹੜਾ ਸੰਤਾਨ ਪੈਦਾ ਹੋਈ ਹੈ, ਇਸ ਕਰਕੇ ਅੱਗੇ ਆਪਣਾ ਪੁੱਤਰ ਹੀ ਗੁਰਤਾ ਗੱਦੀ ਦਾ ਮਾਲਕ ਬਣੇਗਾ। ਈਰਖਾ ਧੁਰ ਤੋਂ ਹੀ ਹੈ, ਆਦਿ ਕਾਲ ਤੋਂ ਹੀ ਹੈ। ਔਰ ਇਹ ਗੱਲ ਦਾਸੀ ਨੇ ਸੁਣਨੀ, ਮਾਤਾ ਜੀ ਦੇ ਕੋਲੇ ਪਹੁੰਚਣੀ ਤੇ ਧੰਨ ਮਾਤਾ ਗੰਗਾ ਜੀ ਨੇ ਸਤਿਗੁਰੂ ਪਤੀ ਦੇ ਪੰਚਮ ਪਾਤਸ਼ਾਹ ਜੀ ਨੂੰ ਬੇਨਤੀ ਕਰਨੀ ਕਿ ਸਤਿਗੁਰੂ ਜੀ, ਆਪ ਸਾਰੇ ਸੰਸਾਰ ਦੀਆਂ ਝੋਲੀਆਂ ਭਰਦੇ ਹੋ, ਪਰ ਘਰ ਦੀ ਗੋਦੀ ਸਖਣੀ ਹੈ। ਤੁਸੀਂ ਸਭ ਨੂੰ ਸਾਰੀਆਂ ਦਾਤਾਂ ਦਿੰਦੇ ਹੋ, ਪਰ ਘਰ ਦੇ ਵਿੱਚ ਕੋਈ ਸੰਤਾਨ ਨਹੀਂ, ਕਿਰਪਾ ਕਰੋ। ਤੇ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮਹਿਲ, ਆਪਣੇ ਧਰਮ ਪਤਨੀ ਸਾਡੇ ਪੂਜਨੀਕ ਮਾਤਾ ਜੀ ਮਾਤਾ ਗੰਗਾ ਜੀ ਨੂੰ ਸਿੱਖਿਆ ਦੇਣੀ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਿਆਰੇ ਸਿੱਖ ਬ੍ਰਹਮ ਗਿਆਨੀ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਕਰੋ, ਉਹਨਾਂ ਤੋਂ ਬਚਨ ਲਓ, ਉਹਨਾਂ ਤੋਂ ਅਰਦਾਸ ਬੇਨਤੀ ਕਰਾਓ। ਬਾਬਾ ਜੀ ਬਚਨ ਕਰਨਗੇ ਤੇ ਆਪਣੇ ਘਰ ਵਿੱਚ ਸੰਤਾਨ ਪੈਦਾ ਹੋਵੇਗੀ। 2 ਦਿਨ ਮਾਤਾ ਜੀ ਆਏ ਆ, ਇਤਿਹਾਸ ਲਮੇਰਾ ਹੈ। ਪਹਿਲੇ ਦਿਨ ਰਥ ਤੇ ਸਵਾਰ ਹੋ ਕੇ ਦਾਸ ਦਾਸੀਆਂ ਨੂੰ ਨਾਲ ਲੈ ਕੇ, ਅੱਸੂ ਦੇ ਮਹੀਨੇ ਦੀ ਇਹ ਗੱਲ ਹੈ, ਤੇ ਉਸ ਦਿਨ ਕੋਈ ਬਚਨ ਨਹੀਂ ਹੋਇਆ, ਸਗੋਂ ਇਹ ਬਚਨ ਹੋਇਆ ਜਦੋਂ ਘੱਟਾ ਉੱਡਦਾ ਆਉਂਦਾ ਰਸਤੇ ਤੇ, ਦਰਖਤ ਬੜੇ ਸੀ, ਪੰਛੀਆਂ ਦੀਆਂ ਡਾਰਾਂ ਉੱਡੀਆਂ, ਘੋੜਿਆਂ ਤੇ ਬਲਦਾਂ ਦੇ ਗਲਾਂ ਵਿੱਚ ਮੇਲਾਂ ਪਾਈਆਂ ਹੋਈਆਂ, ਘੁੰਗਰੂ ਖੜਕਦੇ ਆਉਂਦੇ। ਤਾਂ ਜਿਸ ਵੇਲੇ ਪੰਛੀ ਉੱਡੇ, ਘੱਟਾ ਆਕਾਸ਼ ਨੂੰ ਗਿਆ ਤੇ ਬਾਬਾ ਜੀ ਫਸਲਾਂ ਸੇਵਾ ਕਰਾ ਰਹੇ ਸੀ ਖੇਤੀ ਦੀ, ਤਾਂ ਉਸ ਮੌਕੇ ਤੇ ਆਖਿਆ ਵੀ ਇਹ ਪੰਛੀ ਕਿਵੇਂ ਉੱਡੇ ਆ, ਇਹ ਘੱਟਾ ਕਿਵੇਂ ਆਕਾਸ਼ ਨੂੰ ਜਾ ਰਿਹਾ। ਤੇ ਨਾਲ ਦੇ ਸੇਵਕਾਂ ਨੇ ਆਖਿਆ ਜੀ ਗੁਰੂ ਕੇ ਆ ਰਹੇ ਆ। ਕਹਿੰਦੇ ਗੁਰੂ ਕਿਆਂ ਨੂੰ ਕਿਧਰੋਂ ਭਾਜਣਾ ਪਈਆਂ। ਇਹ ਇਤਿਹਾਸ ਦੇ ਬੋਲ। ਮਾਤਾ ਜੀ ਉਸ ਦਿਨ ਫਿਰ ਵਾਪਸ ਗਏ। ਸਤਿਗੁਰਾਂ ਨੇ ਪੁੱਛਿਆ ਵੀ ਬਾਬਾ ਜੀ ਨੇ ਕੀ ਬਚਨ ਕੀਤਾ। ਕਹਿੰਦੇ ਵੀ ਪੁੱਤਰ ਦੀ ਪ੍ਰਾਪਤੀ ਦਾ ਤੇ ਬਚਨ ਨਹੀਂ ਹੋਇਆ, ਪਰ ਆਹ ਬਚਨ ਹੋ ਗਿਆ ਵੀ ਗੁਰੂ ਕਿਆਂ ਨੂੰ ਕਿਧਰੋਂ ਭਾਜਣਾ ਪਈਆਂ। ਕਹਿੰਦੇ ਹੁਣ ਇਹ ਤਾਂ ਬਚਨ ਉਹਨਾਂ ਦਾ ਪੂਰਾ ਹੋਵੇਗਾ। ਕਹਿੰਦੇ ਕਿਵੇਂ ਗਏ ਸੀ, ਸਾਰਾ ਦੱਸਿਆ। ਮਹਾਰਾਜ ਕਹਿੰਦੇ ਜਦੋਂ ਮੰਗਣ ਵਾਸਤੇ ਜਾਈਏ ਉਦੋਂ ਨੀਵੇਂ ਹੋ ਕੇ ਜਾਈਦਾ। ਤੁਸੀਂ ਇਸ ਮਾਣ ਨਾਲ ਨਾ ਜਾਓ ਕਿ ਅਸੀਂ ਗੁਰੂ ਸਾਹਿਬ ਦੇ ਧਰਮ ਪਤਨੀ ਹਾਂ, ਨੀਵੇਂ ਹੋ ਕਰਕੇ ਜਾਓ, ਦਾਸੀ ਬਣ ਕੇ ਜਾਓ, ਸੇਵਾਦਾਰ ਬਣ ਕੇ ਜਾਓ। ਆਖਿਆ ਸਤਿਗੁਰੂ ਜੀ ਆਪ ਕਿਰਪਾ ਕਰਕੇ ਦੱਸੋ ਮੈਂ ਕਿਵੇਂ ਜਾਵਾਂ।
ਕਹਿਣ ਲੱਗੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਪਣੇ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ਤੇ ਨੰਗੇ ਪੈਰੀਂ ਜਾਓ। ਫਿਰ ਮਾਤਾ ਜੀ ਨੇ ਰਾਤ ਨੂੰ ਹੀ ਆਪਣੇ ਹੱਥੀਂ ਸਾਰੀ ਸੇਵਾ ਕੀਤੀ, ਦਹੀਂ ਜਮਾਇਆ। ਅੰਮ੍ਰਿਤ ਵੇਲੇ ਆਪਣੇ ਹੱਥੀਂ ਸਾਧ ਸੰਗਤ ਜੀ ਮਾਤਾ ਜੀ ਨੇ ਆਟਾ ਪੀਸਿਆ, ਹੱਥ ਵਾਲੀ ਚੱਕੀ ਗੇੜ ਕੇ ਧੰਨ ਮਾਤਾ ਗੰਗਾ ਜੀ ਨੇ ਕਣਕ ਵਿੱਚ ਪਾ ਕਰਕੇ, ਵਿੱਚ ਇਸੇ ਤਰ੍ਹਾਂ ਛੋਲੇ ਪਾ ਕਰਕੇ ਤੇ ਫਿਰ ਮਿੱਸੇ ਪ੍ਰਸ਼ਾਦੇ ਆਪਣੇ ਕਰ ਕਮਲਾਂ ਨਾਲ ਤਿਆਰ ਕੀਤੇ। ਮਾਤਾ ਜੀ ਨੇ ਘਿਓ ਦੇ ਨਾਲ ਚੰਗੀ ਤਰ੍ਹਾਂ ਗੜੁੱਚ ਕੀਤੇ, ਚੰਗੀ ਤਰ੍ਹਾਂ ਪ੍ਰਸ਼ਾਦੇ ਚੋਪੜੇ, ਨਾਲ ਅਚਾਰ ਲਿਆ, ਨਾਲ ਦਹੀਂ ਲਿਆ, ਨਾਲ ਲੱਸੀ ਲਈ, ਨਾਲ ਪਿਆਜ਼ ਲਏ, ਗੰਢੇ ਲਏ ਨਾਲ। ਇਹ ਸਾਰੇ ਸੇਵਾ ਆਪਣੇ ਕਰ ਕਮਲਾਂ ਨਾਲ ਮਾਤਾ ਜੀ ਨੇ ਕੀਤੀ। ਅੰਮ੍ਰਿਤ ਵੇਲੇ ਦਾ ਇਸ਼ਨਾਨ ਪਹਿਲਾਂ ਖੂਹ ਦੇ ਜਲ ਨਾਲ ਮਾਤਾ ਜੀ ਨੇ ਕੀਤਾ ਸੀ, ਫਿਰ ਅੰਮ੍ਰਿਤ ਸਰੋਵਰ ਦੇ ਵਿੱਚ ਵੀ ਇਸ਼ਨਾਨ ਕੀਤਾ ਧੰਨ ਮਾਤਾ ਗੰਗਾ ਜੀ। ਫਿਰ ਇਹ ਸਾਰੀ ਸੇਵਾ ਨਿਭਾਈ। ਫਿਰ ਸਾਦਾ ਜਿਹਾ ਲਿਬਾਸ ਪਹਿਨਿਆ, ਸਾਦਾ ਜਿਹਾ ਲਿਬਾਸ, ਤੇ ਆਪਣੇ ਸੀਸ ਦੇ ਉੱਤੇ ਮਾਤਾ ਜੀ ਨੇ ਚੰਗੇਰ ਰੱਖੀ, ਉਹਦੇ 'ਚ ਪ੍ਰਸ਼ਾਦੇ ਤੇ ਨਾਲ ਦਹੀਂ ਲੱਸੀ ਦਾ ਕਟੋਰਾ ਜਿਹੜਾ ਉਹ ਰੱਖਿਆ। ਜਿਵੇਂ ਪਿਛਲੇ ਸਮੇਂ ਵਿੱਚ ਮਾਈਆਂ ਪ੍ਰਸ਼ਾਦੇ ਲੈ ਕੇ ਜਾਂਦੀਆਂ ਹੁੰਦੀਆਂ ਸੀ। ਹਾਂ, ਥੋੜੇ ਚਿਰ ਦੀ ਗੱਲ ਆ, ਆਪਾਂ ਵੇਖਦੇ ਮਾਈਆਂ ਨੇ ਛਾਬੇ ਸੀਸ ਤੇ ਰੱਖੇ ਹੁੰਦੇ ਸੀ ਤੇ ਖੂਹ ਤੇ ਮੰਡ 'ਚ ਮਾਈਆਂ ਲੈ ਕੇ ਜਾਂਦੀਆਂ ਹੁੰਦੀਆਂ ਸੀ ਆਪਣੇ ਪਿੰਡਾਂ ਵਿੱਚ ਪ੍ਰਸ਼ਾਦੇ। ਮਾਤਾ ਜੀ ਇਸ ਤਰ੍ਹਾਂ ਆਪਣੇ ਸੀਸ ਉੱਤੇ ਪ੍ਰਸ਼ਾਦਿਆਂ ਦੀ ਚੰਗੇਰ ਰੱਖ ਕਰਕੇ ਲੈ ਕੇ ਜਾ ਰਹੇ। ਨਾਲ ਦਾਸ ਸਿੱਖ ਤੁਰ ਪਏ, ਨਾਲ ਦਾਸੀਆਂ ਚੱਲ ਪਈਆਂ। ਮਾਤਾ ਜੀ ਨੇ ਸਾਰਿਆਂ ਨੂੰ ਰੋਕ ਦਿੱਤਾ, ਆਖਿਆ ਕਿਸੇ ਨੇ ਨਾਲ ਨਹੀਂ ਜਾਣਾ, ਮੈਂ ਇਕੱਲੀ ਜਾਵਾਂਗੀ। ਮਾਤਾ ਜੀ ਅੱਗੇ ਅੱਗੇ ਚੱਲ ਪਏ। ਇਹ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਆਏ ਮਾਤਾ ਜੀ, ਅੰਮ੍ਰਿਤਸਰ ਸਾਹਿਬ ਤੋਂ, ਦਰਬਾਰ ਸਾਹਿਬ ਤੋਂ, ਗੁਰੂ ਕੇ ਮਹਿਲ ਜਿੱਥੇ ਸਥਾਨ ਗੁਰੂ ਘਰ ਦੇ ਵਿੱਚ। ਤਾਂ ਉਸ ਮੌਕੇ ਤੇ ਦਾਸ ਦਾਸੀਆਂ ਇੱਕ ਵਾਰੀ ਤੇ ਬਚਨ ਮੰਨ ਕੇ ਪਿਛਾਂ ਖਲੋ ਗਏ, ਪਰ ਫਿਰ ਕਹਿਣ ਲੱਗੇ ਮਾਤਾ ਜੀ ਇਕੱਲੇ ਥੋੜਾ ਜਾਣਗੇ, ਚਲੋ ਆਪਾਂ ਪਿੱਛੇ ਪਿੱਛੇ ਤੁਰੇ ਜਾਂਦੇ। ਸਿੱਖ ਵੀ ਪਿੱਛੇ ਪਿੱਛੇ ਤੁਰੇ ਆਏ ਤੇ ਦਾਸੀਆਂ ਵੀ ਪਿੱਛੇ ਪਿੱਛੇ ਤੁਰੀਆਂ ਆਈਆਂ। ਮਾਤਾ ਜੀ ਪਹੁੰਚ ਗਏ ਬੀੜ ਸਾਹਿਬ ਵਾਲੇ ਸਥਾਨ ਤੇ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੀਆਂ ਫਸਲਾਂ ਸਾਂਭਦੇ ਸਨ, ਗੁਰੂ ਘਰ ਦੀ ਖੇਤੀ ਕਰਦੇ ਸਨ। ਉੱਥੇ ਪਸ਼ੂਆਂ ਦੀ ਸੇਵਾ ਵੀ, ਘੋੜਿਆਂ ਦੀ ਸੇਵਾ ਵੀ ਗੁਰੂ ਘਰ ਦਿਆਂ ਦੀ ਕਰਦੇ ਸਨ ਤੇ ਦੁੱਧ ਗੁਰੂ ਕੇ ਲੰਗਰਾਂ ਦੇ ਵਿੱਚ ਪਹੁੰਚਾਇਆ ਕਰਦੇ ਸਨ। ਜਦੋਂ ਪਹੁੰਚੇ ਤੇ ਬਾਬਾ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ, ਜਿਨ੍ਹਾਂ ਨੂੰ 12 ਸਾਲ ਦੀ ਉਮਰ ਵਿੱਚ ਹੀ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬ੍ਰਹਮ ਗਿਆਨ ਬਖਸ਼ ਦਿੱਤਾ ਸੀ। 1575 ਦੇ ਵਿੱਚ ਹੀ ਕਹਿ ਦਿੱਤਾ ਸੀ ਵੀ ਬਾਲਕਿਆ ਤੇਰੀ ਉਮਰ ਤੇ ਛੋਟੀ ਆ, ਪਰ ਤੇਰੀਆਂ ਗੱਲਾਂ ਬੁੱਢਿਆਂ ਵਾਲੀਆਂ। ਉਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਪਿਆਰੇ ਸਿੱਖ ਅੱਗੋਂ ਅਕਲਵਾਂਢੀ ਆਏ, ਜ਼ਮੀਨ ਵਿੱਚ ਹੀ ਕੰਮ ਕਰਦੇ ਪਏ ਸੀ, ਖੇਤਾਂ 'ਚ। ਅਕਲਵਾਂਢੀ ਆ ਕੇ ਤੇ ਮਾਤਾ ਜੀ ਦੇ ਸੀਸ ਤੋਂ ਛਾਬਾ ਲਾਇਆ, ਚੰਗੇਰ ਲਾਈ, ਵੱਟ ਤੇ ਰੱਖ ਕੇ ਬੈਠ ਗਏ। ਕਹਿਣ ਲੱਗੇ ਮਾਤਾ ਜੀ ਬੜੀ ਭੁੱਖ ਲੱਗੀ ਹੈ। ਮਾਂ ਨੂੰ ਪਤਾ ਹੁੰਦਾ ਨਾ ਵੀ ਪੁੱਤਰ ਨੂੰ ਭੁੱਖ ਲੱਗੀ ਹੈ। ਮਾਤਾ ਜੀ ਬੜੀ ਭੁੱਖ ਲੱਗੀ ਸੀ, ਤੁਸੀਂ ਪ੍ਰਸ਼ਾਦਾ ਲੈ ਕੇ ਆਇਓ, ਲਿਆ ਖੋਲੋ ਛਕੀਏ। ਮਾਤਾ ਜੀ ਖੋਲ ਕੇ ਪ੍ਰਸ਼ਾਦਾ ਆਪ ਦੇਣ ਲੱਗੇ। ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਛਕਦੇ ਆ ਤੇ ਨਾਲੇ ਪ੍ਰਸ਼ਾਦਾ ਛਕੀ ਜਾਂਦੇ ਆ, ਨਾਲ ਲੱਸੀ ਛਕੀ ਆ, ਦਹੀਂ ਛਕਿਆ ਹੈ ਤੇ ਨਾਲੇ ਫਿਰ ਗੰਢਾ ਉਹ ਗੋਡੇ ਦੇ ਉੱਤੇ ਰੱਖ ਕਰਕੇ ਤੇ ਮੁੱਕੀ ਮਾਰ ਕੇ ਭੰਨਦੇ ਆ ਤੇ ਭੰਨ ਭੰਨ ਕੇ ਛਕਦੇ ਤੇ ਨਾਲੇ ਬਚਨ ਕਰੀ ਜਾਂਦੇ। ਮਾਤਾ ਜੀ ਕਰਨ ਕਰਾਉਣ ਵਾਲੇ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੰਜਵੇਂ ਪਾਤਸ਼ਾਹੀ ਆਪ ਹੀ ਆ, ਆਪਣੇ ਸਿੱਖਾਂ ਨੂੰ ਵਡਿਆਈ ਦਿੰਦੇ। ਮਾਤਾ ਜੀ ਆਪ ਜੀ ਦੇ ਘਰ ਤੁਮਰੇ ਕਰੈ ਪ੍ਰਗਟੇਗਾ ਜੋਧਾ, ਜੋਧਾ ਪੁੱਤਰ ਪੈਦਾ ਹੋਵੇਗਾ ਮਾਤਾ ਜੀ ਆਪ ਜੀ ਦੇ ਘਰ ਦੇ ਵਿੱਚ। ਤੇ ਜਿਵੇਂ ਆ ਦਾਸ ਨੇ ਗੰਢੇ ਭੰਨੇ ਨਾ ਮੁੱਕੀ ਮਾਰ ਕੇ, ਇਸ ਤਰ੍ਹਾਂ ਮੁਗਲਾਂ ਤੁਰਕਾਂ ਜ਼ਾਲਮਾਂ ਦੇ ਜਬਰ ਕਰਨ ਵਾਲਿਆਂ ਦੇ ਸਿਰ ਭੰਨ ਦਿਆ ਕਰੇਗਾ। ਇੰਨੇ ਚਿਰ ਨੂੰ ਬੱਦਲ ਆ ਗਿਆ, ਇਤਿਹਾਸ ਵਿੱਚ ਲਿਖਿਆ, ਆਕਾਸ਼ ਦੇ ਵਿੱਚ ਬਿਜਲੀ ਲਿਸ਼ਕਣ ਲੱਗ ਪਈ। ਬਾਬਾ ਜੀ ਪ੍ਰਸ਼ਾਦਾ ਛਕਦੇ ਹੀ ਪਏ ਸਨ, ਖੇਤਾਂ ਵਿੱਚ ਬੈਠੇ ਹੋਏ। ਜਿਵੇਂ ਬਿਜਲੀ ਲਿਸ਼ਕੀ ਨਾ ਬੱਦਲਾਂ ਦੇ ਵਿੱਚ, ਕਹਿਣ ਲੱਗੇ ਮਾਤਾ ਜੀ ਜਿਵੇਂ ਆ ਬੱਦਲਾਂ ਵਿੱਚ ਬਿਜਲੀ ਲਿਸ਼ਕਦੀ ਨਾ, ਜੰਗ ਦੇ ਮੈਦਾਨ ਦੇ ਵਿੱਚ ਆਪ ਜੀ ਦੇ ਸਾਹਿਬਜ਼ਾਦੇ ਦੀਆਂ ਕਿਰਪਾਨਾਂ ਸ੍ਰੀ ਸਾਹਿਬਾਂ ਇਸ ਤਰ੍ਹਾਂ ਲਿਸ਼ਕਿਆ ਕਰਨਗੀਆਂ। ਮਹਾਨ ਸੂਰਬੀਰ ਬਲੀ ਬਹਾਦਰ ਆਪ ਜੀ ਦਾ ਪੁੱਤਰ ਹੋਵੇਗਾ। ਇਹ ਬਚਨ ਕੀਤੇ। ਮਾਤਾ ਜੀ ਖੁਸ਼ੀ ਨਾਲ ਆਨੰਦ ਨਾਲ ਭਰ ਗਏ। ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤੇ ਤੇ ਮਾਤਾ ਜੀ ਵਾਪਸ ਜਾਂਦੇ। ਸਤਿਗੁਰੂ ਜੀ ਨੂੰ ਜਾ ਕੇ ਦੱਸਦੇ ਵੀ ਅੱਜ ਬਚਨ ਇਸ ਤਰ੍ਹਾਂ ਕੀਤਾ ਬਾਬਾ ਬੁੱਢਾ ਸਾਹਿਬ ਜੀ। ਕਹਿਣ ਲੱਗੇ ਉਹ ਬ੍ਰਹਮ ਗਿਆਨੀ ਮਹਾਂਪੁਰਖ ਦੇ ਬਚਨ ਪੂਰੇ ਹੋਣਗੇ। ਇਹ ਆਦਿ ਕਾਲ ਤੋਂ ਹੀ ਗੁਰੂ ਸਾਹਿਬ ਜੀ ਦੀ ਸਾਧ ਸੰਗਤ ਜੀ ਵਡਿਆਈ ਹੈ ਪਰਮੇਸ਼ਰ ਦੀ।
ਭਗਤ ਪਰਮੇਸ਼ਰ ਦੀ ਮਹਿਮਾ ਕਰਦੇ ਆ ਤੇ ਪਰਮੇਸ਼ਰ ਵਾਹਿਗੁਰੂ ਜੀ ਆਪਣੇ ਭਗਤਾਂ ਦੀ ਵਡਿਆਈ ਪ੍ਰਗਟ ਕਰਦੇ ਆ। ਸਿੱਖ ਗੁਰੂ ਸਾਹਿਬ ਜੀ ਦੀ ਸ਼ਰਨ ਲੈਂਦੇ ਆ ਤੇ ਸਤਿਗੁਰੂ ਜੀ ਪਿਆਰ ਵਿੱਚ ਆ ਕੇ ਇਸ ਤਰ੍ਹਾਂ ਵੀ ਕਹਿ ਦਿੰਦੇ ਆ, ਗੁਰ ਸਿੱਖਾਂ ਕੀ ਹਰ ਧੂੜ ਦੇਹ ਹਮ ਪਾਪੀ ਭੀਗਤ ਪਾਹੇ। ਇਹ ਗੁਰੂ ਸਾਹਿਬ ਜੀ ਦੀ ਵਡਿਆਈ ਹੈ। ਗੁਰੂ ਸਾਹਿਬ ਪ੍ਰੇਮ ਵਿੱਚ ਆ ਕੇ ਆਪਣੇ ਗੁਰਸਿੱਖਾਂ ਨੂੰ ਵਡਿਆਈ ਦਿੰਦਿਆਂ ਆ ਕਹਿ ਦਿੰਦੇ ਆ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੇ। ਫਿਰ ਦੋਵੇਂ ਬਚਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਬਾਬਾ ਜੀ ਨੇ ਜਿਹੜਾ ਪਹਿਲਾ ਬਚਨ ਕੀਤਾ ਉਹ ਵੀ ਉਹਨਾਂ ਦਾ ਸਫਲਾ ਕਰਨਾ, ਉਹ ਵੀ ਪੂਰਾ ਹੋਵੇਗਾ, ਇਹ ਦੂਜਾ ਬਚਨ ਵੀ ਪੂਰਾ ਹੋਵੇਗਾ। ਬਾਬਾ ਪ੍ਰਿਥੀ ਚੰਦ ਜੀ ਈਰਖਾ ਕਰਦੇ ਸੀ, ਸੁਲੀ ਖਾਨ ਸੁਲੱਭੀ ਖਾਨ ਨੂੰ ਚੜਾ ਕੇ ਲਿਆਏ, ਭਾਵੇਂ ਮਹਾਰਾਜ ਤੀਕ ਨਹੀਂ ਪਹੁੰਚ ਸਕੇ, ਰਾਹ ਵਿੱਚ ਹੀ ਖਤਮ ਹੋ ਗਏ, ਪਰ ਮਹਾਰਾਜ ਕਹਿਣ ਲੱਗੇ ਅਸੀਂ ਈਰਖਾ ਨਹੀਂ ਕਰਨੀ। ਸਤਿਗੁਰੂ ਉਹਨਾਂ ਦਿਨਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਛੱਡ ਕੇ ਤੇ ਥੋੜਾ ਹੀ ਪਰਾਂ ਵਡਾਲੀ ਪਿੰਡ ਦੇ ਵਿੱਚ ਚਲੇ ਗਏ, ਜਿਹਨੂੰ ਅੱਜ ਕੱਲ੍ਹ ਗੁਰੂ ਕੀ ਵਡਾਲੀ ਕਿਹਾ ਜਾਂਦਾ। ਉਸ ਫਿਰ ਗੁਰੂ ਸਾਹਿਬ ਨੇ ਉਸ ਵਡਾਲੀ ਨਗਰ ਵਿੱਚ ਚਰਨ ਪਾਏ, ਪਰਿਵਾਰ ਸਮੇਤ ਸਿੱਖਾਂ ਸੇਵਕਾਂ ਸਮੇਤ ਉਹ ਵਡਾਲੀ ਪਿੰਡ ਗੁਰੂ ਕੀ ਵਡਾਲੀ ਬਣ ਗਿਆ। ਤੇ ਉੱਥੇ ਫਿਰ ਅੱਜ ਦੇ ਦਿਨ ਸਾਧ ਸੰਗਤ ਜੀ ਹਾੜ ਵਧੀ ਏਕਮ ਵਾਲੇ ਦਿਨ, ਕੱਲ ਪੁੰਨਿਆਂ ਦਾ ਦਿਹਾੜਾ ਸੀ ਤੇ ਪੁੰਨਿਆਂ ਤੋਂ ਅਗਲੇ ਦਿਨ ਵਧੀ ਏਕਮ ਹੁੰਦੀ ਹੈ। ਅੱਜ ਹਾੜ ਵਧੀ ਏਕਮ ਦਾ ਦਿਨ ਹੈ। 1595 ਈਸਵੀ ਸਨ ਤੇ 1652 ਬਿਕਰਮੀ ਸੰਮਤ ਹਾੜ ਵਧੀ ਏਕਮ ਅੱਜ ਦੇ ਦਿਹਾੜੇ ਅੰਮ੍ਰਿਤ ਵੇਲੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੰਚਮ ਪਾਤਸ਼ਾਹ ਜੀ ਦੇ ਘਰ ਵਿੱਚ, ਧੰਨ ਧੰਨ ਮਾਤਾ ਗੰਗਾ ਜੀ ਦੇ ਪਾਵਨ ਪਵਿੱਤਰ ਉਦਰ ਤੋਂ, ਮਾਤਾ ਜੀ ਦੀ ਕੁੱਖ ਤੋਂ, ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਅੱਜ 427 ਸਾਲਾ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹੀ ਦਾ ਨਾਮ, ਫਿਰ ਬਾਬਾ ਬੁੱਢਾ ਸਾਹਿਬ ਜੀ ਦਰਸ਼ਨ ਕਰਨ ਵਾਸਤੇ ਗਏ, ਉਹਨਾਂ ਤੋਂ ਹੀ ਮਹਾਰਾਜ ਨੇ ਨਾਮ ਰਖਾਇਆ। ਬਾਬਾ ਬੁੱਢਾ ਸਾਹਿਬ ਜੀ ਨੇ ਨਾਮ ਰੱਖਿਆ। ਕੁਝ ਸਮਾਂ ਉੱਥੇ ਰਹਿ ਕਰਕੇ ਮਹਾਰਾਜ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਏ। ਸੋ ਇਸ ਤਰ੍ਹਾਂ ਫਿਰ 9 ਸਾਲ ਦੀ ਜਦੋਂ ਉਮਰ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ, ਉਦੋਂ ਉਹਨਾਂ ਦਾ ਪਹਿਲਾ ਆਨੰਦ ਕਾਰਜ ਹੋਇਆ ਬਾਬਾ ਨਰਾਇਣ ਦਾਸ ਜੀ ਦੀ ਸਪੁੱਤਰੀ ਦੇ ਨਾਲ ਡੱਲੇ ਨਗਰ ਦੇ ਵਿੱਚ। ਔਰ ਇਸੇ ਤਰ੍ਹਾਂ ਜਿਸ ਵੇਲੇ ਮਹਾਰਾਜ ਸਾਹਿਬ ਜੀ ਦੀ 18 ਸਾਲ ਦੀ ਸਰੀਰ ਕਾਰਬਲਾ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ, ਉਸ ਮੌਕੇ ਤੇ ਸਾਧ ਸੰਗਤ ਜੀ ਦੂਸਰਾ ਆਨੰਦ ਕਾਰਜ ਹੋਇਆ ਬਾਬਾ ਹਰੀ ਚੰਦ ਜੀ ਦੇ ਸਪੁੱਤਰੀ ਮਾਤਾ ਨਾਨਕੀ ਜੀ ਦੇ ਨਾਲ ਸ੍ਰੀ ਬਾਬਾ ਬਕਾਲਾ ਸਾਹਿਬ ਜੀ ਵਿਖੇ, ਉੱਥੋਂ ਦੇ ਰਹਿਣ ਵਾਲੇ ਸੀ ਬਾਬਾ ਹਰੀ ਚੰਦ ਜੀ। ਫਿਰ ਤੀਸਰਾ ਆਨੰਦ ਕਾਰਜ 20 ਸਾਲ ਦੀ ਉਮਰ ਦੇ ਵਿੱਚ ਮੰਡਿਆਲੀ ਦੇ ਸੋ ਸਤਿਕਾਰਯੋਗ ਬਾਬਾ ਦਇਆ ਰਾਮ ਜੀ, ਉਹਨਾਂ ਦੇ ਸਪੁੱਤਰੀ ਮਾਤਾ ਮਹਾਦੇਵੀ ਜੀ, ਜਿਨ੍ਹਾਂ ਦਾ ਦੂਸਰਾ ਨਾਮ ਮਾਤਾ ਮਰਵਾਈ ਜੀ ਵੀ ਇਤਿਹਾਸ ਵਿੱਚ ਲਿਖਿਆ ਹੈ, ਉਹਨਾਂ ਨਾਲ ਆਨੰਦ ਕਾਰਜ ਹੋਇਆ। ਇਹ ਤਿੰਨ ਆਨੰਦ ਕਾਰਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਹੋਏ। ਤੋਂ ਆਪ ਜੀ 11 ਸਾਲ ਦੀ ਉਮਰ ਦੇ ਵਿੱਚ ਪਿਛਲੇ ਦਿਨਾਂ 'ਚ ਗੁਰਤਾ ਗੱਦੀ ਪੁਰਬ ਛੇਵੇਂ ਪਾਤਸ਼ਾਹ ਦਾ ਮਨਾਇਆ ਸੰਗਤਾਂ ਨੇ। ਅਗਲੇ ਦਿਨਾਂ ਦੇ ਵਿੱਚ ਮੀਰੀ ਪੀਰੀ ਦਿਵਸ ਆਉਣ ਵਾਲਾ ਹੈ। ਤੋ ਸਤਿਗੁਰੂ ਮਹਾਰਾਜ ਸਾਹਿਬ ਜੀ 11 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਦੇ ਤਖਤ ਤੇ ਸੋਭਨੀਕ ਹੋਏ। 1606 ਈਸਵੀ ਸਨ ਤੇ 1663 ਬਿਕਰਮੀ ਸੰਮਤ। ਔਰ 13 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ 1665 ਬਿਕਰਮੀ ਸੰਮਤ ਨੂੰ ਸ੍ਰੀ ਅਕਾਲ ਬੰਗਾ ਜੀ ਦੀ, ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। 4 ਜੰਗ ਸਾਧ ਸੰਗਤ ਜੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਲੜੇ। ਆਪ ਨਹੀਂ ਚੜ੍ਹ ਕੇ ਗਏ, ਫੌਜਾਂ ਚੜ੍ਹ ਕੇ ਆਉਂਦੀਆਂ ਰਹੀਆਂ। ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਾ 7000 ਫੌਜ ਲਾਹੌਰ ਤੋਂ ਚੜ੍ਹ ਕੇ ਆਈ ਸੀ ਜਦੋਂ ਬੀਬੀ ਬੀਰੋ ਜੀ ਦਾ ਆਨੰਦ ਕਾਰਜ ਰਚਿਆ ਸੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ 5 ਸਾਹਿਬਜ਼ਾਦੇ ਹੋਏ। ਸਭ ਤੋਂ ਵੱਡੇ ਧੰਨ ਧੰਨ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ। ਸਭ ਤੋਂ ਛੋਟੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਜੀ ਦੇ ਸਾਹਿਬਜ਼ਾਦੇ। ਇੱਕ ਸਪੁੱਤਰੀ ਬੀਬੀ ਬੀਰੋ ਜੀ। ਬੀਬੀ ਬੀਰੋ ਜੀ ਦਾ ਆਨੰਦ ਕਾਰਜ ਰਚਿਆ ਸੀ ਜਦੋਂ 7000 ਫੌਜ ਚੜ੍ਹ ਕੇ ਆਈ ਅੰਮ੍ਰਿਤਸਰ ਸਾਹਿਬ ਵਿਖੇ। ਮਹਾਰਾਜ ਸਾਹਿਬ ਜੀ ਨੇ ਜੰਗ ਫਤਿਹ ਕੀਤੀ, ਗੁਰੂ ਜੀ ਦੀ ਜਿੱਤ ਹੋਈ। ਦੂਸਰਾ ਸ੍ਰੀ ਹਰਗੋਬਿੰਦਪੁਰੇ ਵਾਲਾ ਯੁੱਧ ਹੋਇਆ, 15000 ਫੌਜ ਚੜ੍ਹ ਕੇ ਆਈ ਸੀ, ਹਾਰ ਕੇ ਗਏ। ਤੀਸਰਾ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦਾ ਜੰਗ ਜੋ ਫੌਜਾਂ ਚੜ੍ਹ ਕੇ ਆਈਆਂ, ਗੁਰੂ ਸਰ ਮਹਾਰਾਜ ਵਾਲਾ, ਲੱਲਾ ਬੇਗ, ਕਾਸਮ ਬੇਗ ਆਦਿ ਚੜ੍ਹ ਕੇ ਆਏ ਸੀ। 35000 ਫੌਜ ਚੜ੍ਹ ਕੇ ਆਏ ਸੀ, ਮਹਾਰਾਜ ਨੇ ਜੰਗ ਜਿੱਤਿਆ। ਚੌਥਾ ਜੋ ਪੈਂਦੇ ਖਾਨ ਜਿਸ ਨੂੰ ਆਪ ਪਾਲਿਆ ਸੀ, ਨਿਮਕ ਹਰਾਮ ਹੋਇਆ।
ਲਾਹੌਰ ਤੋਂ ਫੌਜਾਂ ਚੜ੍ਹਾ ਕੇ ਲਿਆਇਆ। 75,000 ਫੌਜ ਚੜ੍ਹ ਕੇ ਆਈ ਸੀ। ਹੋਰ ਕੁਝ ਲੋਕ ਵਿੱਚ ਰਲ ਕੇ ਲੱਖ ਦੀ ਗਿਣਤੀ ਹੋ ਗਈ ਸੀ। ਇਹ ਸ੍ਰੀ ਕਰਤਾਰਪੁਰ ਸਾਹਿਬ ਵਾਲਾ ਜੰਗ ਮਹਾਰਾਜ ਨੇ ਫਤਿਹ ਕੀਤਾ। ਤੋ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਗਰੀਬ ਨਵਾਜ ਨੇ 37 ਸਾਲ 8 ਮਹੀਨੇ ਤਾਂ ਇਸੇ ਤਰ੍ਹਾਂ ਸਾਧ ਸੰਗਤ ਜੀ 7 ਦਿਨ ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ ਮਹਾਰਾਜ ਨੇ ਗੁਰਿਆਈ ਕੀਤੀ। ਔਰ ਸਤਿਗੁਰੂ ਜੀ ਦੀ ਸਾਰੀ ਸਰੀਰ ਕਾਰਬਲਾ 48 ਸਾਲ 10 ਮਹੀਨੇ ਤੇ 15 ਦਿਨ ਜੋ ਇਤਿਹਾਸ ਵਿੱਚ ਲਿਖੀ ਹੋਈ ਹੈ। ਇਹ ਜੋ ਸਰੀਰ ਕਾਰਬਲਾ ਮਹਾਰਾਜ ਸਾਹਿਬ ਜੀ ਦੀ ਸਾਰੀ ਇੰਨੀ ਹੋਈ। ਮਹਾਨ ਬਖਸ਼ਿਸ਼ਾਂ ਵਰਤਾਈਆਂ। ਅੱਜ ਵੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਖਸ਼ਿਸ਼ਾਂ ਵਰਤਾ ਰਹੇ ਆ। ਤੋ ਉਸ ਗਰੀਬ ਨਵਾਜ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਇੱਕ ਵਾਰੀ ਫੇਰ ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ। ਜੋ ਸ਼ਬਦ ਵਿੱਚ ਮਹਾਰਾਜ ਨੇ ਉਪਦੇਸ਼ ਬਖਸ਼ਿਆ ਹੈ, ਕੁਝ ਮਿੰਟਾਂ ਵਿੱਚ ਵਿਚਾਰ ਸਾਂਝੀ ਕਰਕੇ ਫਿਰ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਹੋਵੇਗੀ। ਪ੍ਰੇਮ ਸਹਿਤ ਸਰਵਣ ਕਰੀਏ ਜੀ। ਵਾਹਿਗੁਰੂ ਜੀ। ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੂ ਨ ਜਿਨਾ ਪਾਸ। ਆਸਾੜ ਆਇਆ ਹੋਇਆ ਹੈ ਜਿਸ ਵਿੱਚ ਸਾੜਾ ਆਈ ਹੋਈ ਹੈ, ਬਹੁਤੀ ਗਰਮੀ। ਉਸ ਮਹੀਨੇ ਦਾ ਨਾਮ ਹੈ ਆਸਾੜ। ਇਹ ਸਾਲ ਦਾ ਸਾਧ ਸੰਗਤ ਜੀ ਚੌਥਾ ਮਹੀਨਾ ਹੈ। ਪਹਿਲਾ ਚੇਤ ਦਾ ਹੁੰਦਾ ਹੈ, ਦੂਸਰਾ ਵੈਸਾਖ, ਤੀਸਰਾ ਜੇਠ, ਚੌਥਾ ਇਹ ਹਾੜ ਦਾ ਮਹੀਨਾ। ਆਪਾਂ ਆਮ ਬੋਲੀ ਵਿੱਚ ਹਾੜ ਕਹਿੰਦੇ ਹਾਂ। ਗੁਰੂ ਸਾਹਿਬ ਜੀ ਨੇ ਆਸਾੜ ਆਖਿਆ ਹੈ, ਜਿਹੜਾ ਬਹੁਤਾ ਹੀ ਗਰਮੀ ਵਾਲਾ ਹੈ। ਪਰ ਸਤਿਗੁਰੂ ਕਹਿੰਦੇ ਹਾੜ ਦਾ ਮਹੀਨਾ ਤਪਦਾ ਹੋਇਆ ਗਰਮੀ ਵਾਲਾ ਤਿਸ ਲੱਗੇ। ਤਿਸ ਜੀਵ ਨੂੰ ਲੱਗਦਾ ਹੈ। ਹਰ ਨਾਭੋ ਨਾ ਜਿਨ੍ਹਾਂ ਪਾਸ, ਜਿਨ੍ਹਾਂ ਜੀਵਾਂ ਦੇ ਪਾਸ ਹਰੀ ਪਰਮੇਸ਼ਰ ਪਰਮਾਤਮਾ ਪਤੀ ਨਹੀਂ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਪਤੀ ਵਸਿਆ ਹੋਇਆ, ਜੋ ਪ੍ਰਮਾਤਮਾ ਪਤੀ ਦੀ ਬੰਦਗੀ ਕਰਦੇ, ਸਿਮਰਨ ਭਜਨ ਕਰਦੇ ਆ, ਉਹਨਾਂ ਨੂੰ ਇਹ ਤਪਦਾ ਹੋਇਆ ਹਾੜ ਦਾ ਮਹੀਨਾ ਵੀ ਤਪਦਾ ਨਹੀਂ ਲੱਗਦਾ। ਇਸ ਹਾੜ ਦੇ ਮਹੀਨੇ ਵਿੱਚ ਵੀ ਉਹਨਾਂ ਦਾ ਹਿਰਦਾ ਠੰਡਾ ਰਹਿੰਦਾ, ਉਹ ਠੰਡੇ ਰਹਿੰਦੇ ਹਨ। ਤਪਦਾ ਉਹਨਾਂ ਨੂੰ ਲੱਗਦਾ ਹੈ ਜਿਨ੍ਹਾਂ ਦੇ ਪਾਸ ਵਾਹਿਗੁਰੂ ਪਤੀ ਨਹੀਂ ਹੈ। ਜਗ ਜੀਵਨ ਪੁਰਖ ਤਿਆਗ ਕੈ। ਮਹਾਰਾਜ ਕਹਿੰਦੇ ਉਹ ਵਾਹਿਗੁਰੂ ਸਾਰੇ ਜਗ ਨੂੰ ਜੀਵਨ ਦੇਣ ਵਾਲਾ ਹੈ। ਉਹ ਜਗ ਨੂੰ ਸਵਾਸ ਦੇਣ ਵਾਲਾ, ਜੋ ਰੋਜੀ ਰੋਟੀ ਦੇਣ ਵਾਲਾ ਹੈ। ਐਸੇ ਜਗ ਜੀਵਨ ਪੁਰਖ ਵਿਆਪਕ, ਜੋ ਸਾਰੇ ਥਾਵਾਂ ਤੇ ਵਿਆਪਕ ਪੁਰਖ ਹੈ, ਉਸ ਪਰਮੇਸ਼ਰ ਨੂੰ ਤਿਆਗ ਕਰਕੇ ਮਾਨਸ ਸੰਧੀ ਆਸ। ਜੀਵਾਂ ਨੇ ਮਨੁੱਖ ਦੀ ਆਸ ਰੱਖੀ ਹੋਈ ਹੈ। ਪਰ ਮਹਾਰਾਜ ਕਹਿੰਦੇ ਮਨੁੱਖ ਦੀ ਆਸ ਜਿਹੜੀ ਹੈ ਉਹ ਬਹੁਤੀ ਪੁਖਤਾ ਨਹੀਂ ਹੈ, ਬਹੁਤੀ ਵੱਡੀ ਨਹੀਂ ਹੈ। ਇਸ ਕਰਕੇ ਭਾਈ ਪ੍ਰਮਾਤਮਾ ਦੀ ਆਸ ਰੱਖਿਆ ਕਰ। ਜਗ ਜੀਵਨ ਪੁਰਖ ਅਕਾਲ ਪੁਰਖ ਵਾਹਿਗੁਰੂ ਦੀ ਆਸ ਰੱਖਿਆ ਕਰ। ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕ ਭਗਵਾਨ। ਜਿਸ ਕੈ ਦੀਐ ਰਹੇ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ। ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰਖ ਕੰਠ ਪਰੋਏ। ਸਿਮਰ 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 ਪ੍ਰਭ ਸੋਏ, ਨਾਨਕ ਬਿਗਨ ਨਾ ਲਾਗੈ ਕੋਏ। ਗਰੀਬ ਨਵਾਜ ਕਹਿੰਦੇ ਜਗ ਜੀਵਨ ਪੁਰਖ ਦੀ ਤਾਂ ਜੀਵਾਂ ਨੇ ਆਸ ਤਿਆਗ ਦਿੱਤੀ ਹੈ, ਪਰ ਮਨੁੱਖਾਂ ਦੀ ਆਸ ਰੱਖੀ ਹੋਈ ਹੈ। ਦੁਐ ਭਾਈ ਵੀ ਗੁੱਚੀ ਹੈ। ਇਹਨੂੰ ਦੋਇਆ ਨਹੀਂ ਕਹਿਣਾ, ਇਹ ਦੱਦੇ ਔਂਕੜ ਈੜੀ ਸਿਹਾਰੀ ਤੇ ਐੜੇ ਦਲਾਵਾਂ, ਇਹ ਇਹਦਾ ਉਚਾਰਨ ਹੈ। ਜੋ ਦੱਦੇ ਔਂਕੜ ਜਈਏ ਦਲਾਵਾਂ, ਦੋਇਆ ਭਾਏ ਵਿਗੁੱਚੀ ਹੈ। ਦੁਐਤ ਭਾਵ ਵਿੱਚ ਲੱਗ ਕਰਕੇ। ਦੁਐਤ ਭਾਵ ਕੀ ਹੈ? ਇੱਕ ਪ੍ਰਮਾਤਮਾ ਦੀ ਪ੍ਰੀਤ ਤਿਆਗ ਕੇ, ਇੱਕ ਵਾਹਿਗੁਰੂ ਦਾ ਪ੍ਰੇਮ ਤਿਆਗ ਕੇ, ਜੋ ਦੂਜਿਆਂ ਨਾਲ ਪ੍ਰੇਮ ਲਾਇਆ ਹੋਇਆ ਹੈ। ਕੋ ਕਿਸੇ ਦੇਵੀ ਦੇਵਤੇ ਦੇ ਨਾਲ, ਕਿਸੇ ਮੜੀ ਕਬਰ ਮੱਟ ਦੇ ਨਾਲ ਪ੍ਰੇਮ ਲਾਇਆ ਹੋਇਆ ਹੈ। ਤਾਂ ਮਹਾਰਾਜ ਕਹਿੰਦੇ ਦੁਐਤ ਭਾਏ, ਇਹ ਦੂਜੇ ਪ੍ਰੇਮ ਦੇ ਵਿੱਚ ਵਿਗੁੱਚੀਏ ਖਰਾਬ ਹੀ ਹੋਣਾ ਹੁੰਦਾ ਹੈ। ਇਹਦੇ ਵਿੱਚ ਖੁਆਰੀ ਹੀ ਹੁੰਦੀ ਹੈ, ਬੇਪਤੀ ਹੀ ਹੁੰਦੀ ਹੈ। ਗੱਲ ਪਈ ਸੋ ਜਮ ਕੀ ਫਾਸ। ਗੱਲ ਪੋਲਾ ਜਿਹਾ ਬੋਲੀ ਦਾ ਹੈ। ਆ ਆਪਣਾ ਗਲ ਵਾ ਨਾ, ਇਸੇ ਗੱਲ ਦੀ ਗੱਲ ਆ। ਇਸ ਕਰਕੇ ਗੱਲ ਪਈ ਨਹੀਂ ਕਹਿਣਾ ਇਹਨੂੰ, ਗਲ ਪੋਲਾ ਜਿਹਾ, ਗਲ ਦਾ ਵਾਚਕ ਆਪਣੇ ਗਲੇ ਦਾ। ਗਲ ਪਈ ਸੋ ਜਮ ਕੀ ਫਾਸ। ਗਲੇ ਵਿੱਚ ਮਹਾਰਾਜ ਕਹਿੰਦੇ ਪਈ ਸੋ, ਉਹਨਾਂ ਦੇ ਗਲ ਵਿੱਚ ਪੈ ਗਈ ਜਮਾਂ ਦੀ ਫਾਈ। ਜਿਨ੍ਹਾਂ ਨੇ ਇੱਕ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਛੱਡ ਕਰਕੇ ਦੂਜੇ ਪਾਸੇ ਪ੍ਰੇਮ ਲਾਇਆ ਹੋਇਆ। ਖਸਮ ਛੋੜ ਦੂਜਾ ਲੱਗੇ, ਡੁੱਬੇ ਸੇਵਣ ਜਾ ਰਿਹਾ। ਜਾਣੋ ਕਿ ਉਹਨਾਂ ਦੇ ਗਲ ਦੇ ਵਿੱਚ ਜਮਾਂ ਦੀ ਫਾਈ ਪਈ ਹੋਈ ਹੈ, ਤੇ ਅਖੀਰ ਨੂੰ ਵੀ ਜਮਾਂ ਦੀ ਫਾਈ ਪੈ ਕੇ ਜਮਦੂਤ ਉਹਨਾਂ ਨੂੰ ਲੈ ਕੇ ਘੜੀਸ ਕੇ ਜਾਣਗੇ। ਜਿਹਾ ਬੀਜੈ ਸੋ ਲੁਣੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਾੜ ਦੇ ਮਹੀਨੇ ਦੁਆਰਾ ਸਾਨੂੰ ਸਿੱਖਿਆ ਦੇ ਰਹੇ ਆ। ਜਿਹੋ ਜਿਹਾ ਜੀਵ ਬੀਜ ਬੀਜਦਾ ਹੈ, ਉਹੋ ਜਿਹਾ ਲੁਣੈ ਵੱਢਣਾ ਪੈਂਦਾ ਉਹਨੂੰ। ਇਹ ਸਰੀਰ ਇੱਕ ਜ਼ਮੀਨ ਆ, ਖੇਤ ਆ।
ਜਿਵੇਂ ਜ਼ਿਮੀਂਦਾਰ ਬਾਹਰਲੀ ਜ਼ਮੀਨ ਵਿੱਚ ਜਿਹੜੀ ਫਸਲ ਬੀਜਦਾ ਨਾ, ਜਿਹਨੇ ਝੋਨਾ ਬੀਜਿਆ ਉਹਨੇ ਝੋਨਾ ਵੱਢਣਾ, ਜਿਹਨੇ ਬਾਸਪਤੀ ਬੀਜਣੀ ਉਹਨੇ ਬਾਸਪਤੀ ਵੱਢ ਲੈਣੀ, ਕਿਸੇ ਨੇ 21 ਬੀਜ ਲੈਣੀ ਹੈ, ਕਿਸੇ ਨੇ ਕੋਈ ਬੀਜ ਲੈਣਾ, ਜੋ ਬੀਜੇਗਾ ਉਹ ਵੱਢੇਗਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਵੀ ਖੇਤ ਵਾ ਸਰੀਰ ਸਾਡਾ, ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਹੈ। ਤੇ ਉਹ ਬੀਜ ਕਿਹੜਾ ਹੈ? ਬੀਜ ਦੋ ਤਰ੍ਹਾਂ ਦਾ। ਸੋ ਇਸੇ ਪ੍ਰਕਾਰ ਚੰਗੇ ਤੇ ਮਾੜੇ, ਜਿਹੜੇ ਚੰਗੇ ਤੇ ਮਾੜੇ ਜੀਵ ਕਰਮ ਕਰਦਾ ਨਾ, ਉਹ ਫਿਰ ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਕਰਮ ਤਾਂ ਕਈ ਤਰ੍ਹਾਂ ਦੇ ਆ, ਪਰ ਮੁੱਖ ਰੂਪ ਵਿੱਚ ਦੋ ਤਰ੍ਹਾਂ ਦੇ, ਇੱਕ ਚੰਗੇ ਆ ਇੱਕ ਮਾੜੇ ਆ, ਤੇ ਫਲ ਵੀ ਫਿਰ ਉਹਨਾਂ ਦਾ ਦੋ ਤਰ੍ਹਾਂ ਦਾ ਹੀ ਮਿਲਦਾ ਹੈ, ਸੁੱਖ ਤੇ ਦੁੱਖ। ਇਸ ਕਰਕੇ ਮਹਾਰਾਜ ਕਹਿੰਦੇ ਆ ਜਿਹਾ ਬੀਜੈ ਸੋ ਲਾਉਣਾ। ਜਿਹੋ ਜਿਹਾ ਜੀਵ ਕਰਮ ਕਰਦਾ ਉਹੋ ਜਿਹਾ ਉਹਨੂੰ ਵੱਢਣਾ ਪੈਂਦਾ, ਭਾਵ ਆਪਣੇ ਕੀਤੇ ਕਰਮ ਦਾ ਫਲ ਪਾਉਣਾ ਪੈਂਦਾ ਹੈ। ਮਥੈ ਜੋ ਲਿਖੇ ਆਸ, ਜਿਹੋ ਜਿਹਾ ਜੀਵ ਕਰਮ ਕਰਦਾ ਉਸੇ ਤਰ੍ਹਾਂ ਦਾ ਲੇਖ ਬਣ ਜਾਂਦਾ, ਮੱਥੇ ਉੱਤੇ ਲਿਖਿਆ ਜਾਂਦਾ। ਜੋ ਮੱਥੇ ਤੇ ਲਿਖਿਆ ਗਿਆ ਉਹ ਅੰਤ ਨੂੰ ਉਹਦਾ ਫਲ ਪ੍ਰਾਪਤ ਕਰਨਾ ਪੈਂਦਾ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੁ ਜਾਹੋ। ਦੱਦੈ ਦੋਸ ਨਾ ਦੇਉ ਕਿਸੈ, ਦੋਸ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਰਹਿਣ ਦਿਹਾਣੀ ਪਛਤਾਣੀ। ਮਹਾਰਾਜ ਕਹਿੰਦੇ ਇਹ ਜੀਵਨ ਜਿਹੜਾ ਹੈ ਨਾ, ਇਹ ਇੱਕ ਰਾਤ ਦੀ ਤਰ੍ਹਾਂ ਇਹ ਜ਼ਿੰਦਗੀ ਮਿਲੀ ਹੋਈ ਹੈ। ਇਹ ਜੀਵ ਇੱਕ ਇਹ ਇਸਤਰੀ ਦੀ ਤਰ੍ਹਾਂ ਹੈ, ਪਰਮਾਤਮਾ ਪਤੀ ਹੈ, ਤੇ ਉਸ ਪ੍ਰਮਾਤਮਾ ਪਤੀ ਦੇ ਨਾਲ ਇਹ ਜੀਵਨ ਰੂਪੀ ਰਾਤ ਦੇ ਵਿੱਚ ਇਹਨੇ ਮਿਲਾਪ ਕਰਨਾ ਹੈ ਸਾਰਾ ਜਿਹੜਾ ਜੀਵਨ ਹੈ। ਤੇ ਜਿਸ ਵੇਲੇ ਰਹਿਣ ਵਿਹਾਣੀ ਰਾਤ ਗੁਜ਼ਰ ਗਈ, ਇਹ ਜੀਵ ਇਸਤਰੀ ਦਾ ਪ੍ਰਮਾਤਮਾ ਪਤੀ ਦੇ ਨਾਲ ਮਿਲਾਪ ਹੀ ਨਾ ਹੋਇਆ, ਤੇ ਫਿਰ ਪਛਤਾਣੀ, ਫਿਰ ਇਹ ਜਿੰਦ, ਫਿਰ ਇਹ ਜੀਵ ਆਤਮਾ ਪਛਤਾਪ ਕਰਦੀ ਹੈ। ਉੱਠ ਚੱਲੀ ਗਈ ਨਿਰਾਸ, ਨਿਰਾਸੀ ਹੋ ਕਰਕੇ ਵੀ ਸਾਰੀ ਰਾਤ ਲੰਘ ਗਈ, ਪ੍ਰਮਾਤਮਾ ਪਤੀ ਨਾਲ ਮਿਲਾਪ ਹੀ ਨਹੀਂ ਹਾਸਲ ਹੋਇਆ, ਸਾਰੀ ਜ਼ਿੰਦਗੀ ਲੰਘ ਗਈ, ਸਾਰੀ ਉਮਰ ਰੂਪੀ ਰਾਤ ਹੀ ਲੰਘ ਗਈ। ਫਿਰ ਨਿਰਾਸੀ ਹੋ ਕਰਕੇ ਜੀਵ ਆਤਮਾ, ਇਹ ਜੀਵ ਇਥੋਂ ਲੋਕ ਤੋਂ ਪਰਲੋਕ ਨੂੰ ਚਲੇ ਜਾਂਦਾ ਹੈ, ਜੀਵ ਇਸਤਰੀ ਚਲੇ ਜਾਂਦੀ ਹੈ। ਜਿਨ ਕੋ ਸਾਧੂ ਭੇਟੀਐ, ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਸਾਧੂ ਮਿਲ ਗਿਆ, ਜਿਨ ਕੋ ਸਾਧੂ ਭੇਟੀਐ, ਜਿਨ੍ਹਾਂ ਨੂੰ ਭਾਏ ਗੁਰੂ ਕਾ ਪਿਆਰਾ ਸਾਧੂ, ਗੁਰੂ ਕਾ ਪਿਆਰਾ ਸੰਤ ਮਿਲ ਜਾਂਦਾ ਹੈ, ਸੋ ਦਰਗਹਿ ਹੋਏ ਖਲਾਸ। ਉਹਨਾਂ ਜੀਵਾਂ ਦਾ ਫਿਰ ਮਿਲਾਪ ਗੁਰੂ ਸਾਹਿਬ ਨਾਲ ਹੁੰਦਾ ਹੈ, ਪ੍ਰਮਾਤਮਾ ਨਾਲ ਮਿਲਾਪ ਹਾਸਲ ਹੋ ਜਾਂਦਾ ਹੈ। ਉਹ ਫਿਰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਖਲਾਸ ਹੋ ਜਾਂਦੇ, ਉਹਨਾਂ ਦੀ ਬੰਦ ਖਲਾਸੀ ਹੋ ਜਾਂਦੀ ਹੈ। ਜਿਵੇਂ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ, ਆਪਾਂ ਸਾਰੇ ਉਹਨਾਂ ਦਾ ਇਤਿਹਾਸ ਜਾਣਦੇ ਹਾਂ। ਇੱਥੋਂ ਆਪਣੇ ਨਗਰ ਆਲੀ ਕਲਾਂ ਵਿੱਚੋਂ ਮੱਝਾਂ ਲੈ ਕੇ ਜਾਣੀਆਂ, ਦਰਿਆ ਟਪਾ ਕੇ ਉਹ ਉੱਥੇ ਭਾਈ ਅਦਲੀ ਜੀ ਸਾਧੂ ਉਹਨਾਂ ਨੂੰ ਮਿਲ ਪੈਣੇ, ਤੇ ਭਾਈ ਅਦਲੀ ਜੀ ਦਾ ਸੰਗ ਹੋ ਜਾਣਾ, ਤੇ ਉਹਨਾਂ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਜਾ ਕੇ ਚਰਨਾਂ ਵਿੱਚ ਪਾਉਣਾ। ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਿੱਖੀ ਦੇ ਕੇ ਤੇ ਕਹਿਣਾ ਵੀ ਚੋਰੀ ਨਹੀਂ ਕਰਨੀ, ਪਰ ਇਹ ਉਪਕਾਰ ਕਰਨੇ, ਆਪਣਾ ਸਿੱਖ ਬਣਾ ਲੈਣਾ। ਫਿਰ ਜਦੋਂ ਮਹਾਰਾਜ ਦੀ ਸ਼ਹੀਦੀ ਵੀ ਹੋਈ, ਉਸ ਵੇਲੇ 5 ਸਿੱਖਾਂ ਦੇ ਨਾਲ ਜਾਂਦੇ। ਫਿਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਦਾ ਅੱਜ ਆਪਾਂ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ, ਮਹਾਰਾਜ ਦੇ ਮੁਖੀ ਜਰਨੈਲ ਬਣ ਕੇ ਸੇਵਾ ਕਰਦੇ। ਘੋੜੇ ਲਿਆਉਣ ਦੀ ਸੇਵਾ ਕੀਤੀ, ਲਾਹੌਰ ਦੇ ਵਿੱਚੋਂ ਦਿਲਬਾਗ ਗੁਲਬਾਗ ਦੋਵੇਂ ਘੋੜੇ, ਪੱਟੀ ਵਿੱਚੋਂ ਜੋ ਇਸੇ ਤਰ੍ਹਾਂ ਮਿਰਜ਼ਿਆਂ ਨੇ ਦਿਸ਼ਾਲੇ ਖੋਲ੍ਹੇ ਸੀ ਸੰਗਤ ਤੋਂ, ਦਿਸ਼ਾਲੇ ਲੈ ਕੇ ਆਏ ਬੇਗਮ ਦਾ ਰੂਪ ਧਾਰਨ ਕਰਕੇ। ਜਿਸ ਵੇਲੇ ਸਾਰੇ ਦਰਵਾਜ਼ੇ ਪੱਟੀ ਦੇ ਬੰਦ ਹੋ ਗਏ ਸੀ, ਸਿਪਾਹੀ ਲੱਭਦੇ ਫਿਰਦੇ ਸੀ, ਤੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਪਠਿਆਰਾ ਦਾਣੇ ਭੁੰਨ ਰਿਹਾ ਵੱਡਾ, ਉਹਦੀ ਭੱਠੀ ਹੈ, ਉੱਤੇ ਕੜਾਇਆ ਰੱਖਿਆ ਹੋਇਆ। ਕਹਿਣ ਲੱਗੇ ਕੋਈ ਲੁਕਣ ਵਾਸਤੇ ਥਾਂ ਦੇ। ਕਹਿੰਦਾ ਤੂੰ ਗੁਰੂ ਕਾ ਸਿੱਖ ਜਾਪਦਾ ਹੈ, ਇਸ ਕਰਕੇ ਸਿੱਖ ਹੈ, ਤਾਂ ਮੇਰੇ ਕੋਲੇ ਹੋਰ ਤਾਂ ਕੋਈ ਥਾਂ ਨਹੀਂ ਆ, ਭੱਠੀ ਆ, ਇਹਦੇ ਵਿੱਚ ਹੀ ਬਹਿ ਜਾ, ਗੁਰੂ ਆਪਣੇ ਤੇ ਭਰੋਸਾ ਰੱਖ ਕੇ। ਤੇ ਬਾਬਾ ਜੀ ਕਹਿਣ ਲੱਗੇ ਫਿਰ ਅੱਗ ਬਾਲੀ ਜਾਵੀਂ, ਜੋ ਇਤਿਹਾਸ ਵਿੱਚ ਬਚਨ ਹੈ। ਉਹ ਬਲਦੇ ਹੋਏ ਭੱਠ ਵਿੱਚ ਹੀ ਬਹਿ ਗਏ, ਤੇ ਉਸੇ ਤਰ੍ਹਾਂ ਹੀ ਉਹ ਅੱਗ ਬਾਲੀ ਗਿਆ, ਤੇ ਵਾਲ ਵੀ ਵਿੰਗਾ ਨਹੀਂ ਹੋਇਆ। ਜੋ ਬਾਣੀ ਬਚਨ ਆਉਂਦੇ ਨਾ ਵਿੱਚ, ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਅੱਗ ਦਾ ਸੁਭਾਅ ਤੇ ਸਾੜਨਾ ਹੀ ਆ, ਪਰ ਜੇ ਸਤਿਗੁਰੂ ਜੀ ਦੀ ਕਿਰਪਾ ਹੋਵੇ ਤੇ ਅੱਗ ਦਾ ਸੁਭਾਅ ਵੀ ਤਬਦੀਲ ਹੋ ਜਾਂਦਾ ਹੈ। ਮਹਾਰਾਜ ਕਰ ਦਿੰਦੇ। ਭਗਤ ਪ੍ਰਹਿਲਾਦ ਦੇ ਵਾਸਤੇ ਵੀ ਕੀਤਾ ਸੀ, ਤੇ ਬਾਬਾ ਬਿਧੀ ਚੰਦ ਸਾਹਿਬ ਦੇ ਵਾਸਤੇ ਵੀ ਕੀਤਾ। ਉਧਰ ਮਹਾਰਾਜ ਸਾਹਿਬ ਭਾਈ ਕੀ ਡਰੌਲੀ ਆਪਣੇ ਉੱਤੇ ਜਲਦੀਆਂ ਗਾਗਰਾ ਪਵਾਉਂਦੇ ਰਹੇ। ਐਸੇ ਸਤਿਗੁਰੂ ਮਹਾਰਾਜ
ਜਿਨ੍ਹਾਂ ਨੂੰ ਸਾਧੂ ਮਿਲ ਜਾਣ ਉਹ ਫਿਰ ਗੁਰੂ ਵਾਲੇ ਵੀ ਬਣ ਜਾਂਦੇ ਆ। ਪਰਮੇਸ਼ਰ ਦੀ ਦਰਗਾਹ ਵਿੱਚ ਉਹਨਾਂ ਦੀ ਬੰਦ ਖਲਾਸੀ ਵੀ ਹੋ ਜਾਂਦੀ ਆ। ਤੇ ਬਹਾਦਰ ਬਾਬਾ ਵਿਜੇ ਚੰਦ ਸਾਹਿਬ ਦੇ ਉੱਤੇ ਫਿਰ ਕਿੰਨੀਆਂ ਬਖਸ਼ਾਂ ਮਹਾਰਾਜ ਨੇ ਕੀਤੀਆਂ। ਛੇਵੇਂ ਪਾਤਸ਼ਾਹ ਨੇ ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਭਾਉ ਭਗਤ ਲੀਨਾ ਕਮੀ ਕਦੇ ਨਾ ਹੈ। ਇਹ ਆਪਣੀਆਂ ਰਹਿਮਤਾਂ ਵਰਤਾ ਦਿੱਤੀਆਂ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਸਾਧੂ ਮਿਲ ਜਾਣ ਉਹ ਭਾਈ ਫਿਰ ਦਰਗਾਹ ਦੇ ਵਿੱਚ ਵੀ ਉਹਨਾਂ ਦੀ ਖਲਾਸੀ ਹੋ ਜਾਂਦੀ ਹੈ। ਕਰ ਕਿਰਪਾ ਪ੍ਰਭ ਆਪਣੀ। ਸਾਨੂੰ ਕੀ ਕਰਨਾ ਚਾਹੀਦਾ? ਮਹਾਰਾਜ ਕਹਿੰਦੇ ਸਾਨੂੰ ਇਹ ਬੇਨਤੀ ਕਰਨੀ ਚਾਹੀਦੀ ਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਕਿ ਹੇ ਪ੍ਰਭੂ ਜੀ ਆਪਣੀ ਕਿਰਪਾ ਕਰੋ ਸਾਡੇ ਤੇ। ਤੇਰੇ ਦਰਸ਼ਨ ਹੋਏ ਪਿਆਸ। ਕਿ ਵਾਹਿਗੁਰੂ ਜੀ ਤੇਰੇ ਦਰਸ਼ਨਾਂ ਦੀ ਸਾਨੂੰ ਪਿਆਸ ਪੈਦਾ ਹੋ ਜਾਵੇ। ਜਿਵੇਂ ਹਾੜ ਦੇ ਮਹੀਨੇ ਦੇ ਵਿੱਚ ਪਾਣੀ ਦੀ ਪਿਆਸ ਲੱਗਦੀ ਹੈ, ਕਿੰਨੀ ਤੇਹ ਲੱਗਦੀ ਹੈ, ਤੇ ਜਿਸ ਵੇਲੇ ਠੰਡਾ ਜਿਹਾ ਪਾਣੀ ਪੀਦਾ ਹੈ ਤੇ ਕਿੰਨੀ ਸ਼ਾਂਤੀ ਜੀ ਆਉਂਦੀ ਹੈ, ਉਸ ਵੇਲੇ ਜੀਵਨ ਹੀ ਮਿਲ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਜਿਵੇਂ ਪਾਣੀ ਦੀ ਪਿਆਸ ਲੱਗਦੀ, ਬੇਨਤੀ ਕਰੀਏ ਕਿ ਪ੍ਰਭੂ ਜੀ ਤੇਰੇ ਦਰਸ਼ਨਾਂ ਦੀ ਵੀ ਸਾਨੂੰ ਤੇਹ ਲੱਗ ਜਾਵੇ, ਤੇਰੇ ਦਰਸ਼ਨਾਂ ਦੀ ਵੀ ਸਾਡੇ ਅੰਦਰ ਪਿਆਸ ਲੱਗ ਜਾਵੇ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ। ਕਿਉਂਕਿ ਪ੍ਰਭੂ ਜੀ ਤੇਰੇ ਤੋਂ ਬਿਨਾ ਦੂਜਾ ਕੋਈ ਹੈ ਹੀ ਨਹੀਂ ਸਾਡੀ ਰੱਖਿਆ ਸਹਾਇਤਾ ਕਰਨ ਵਾਲਾ। ਤੇਰੇ ਵਰਗਾ ਕੋਈ ਦੂਜਾ ਨਹੀਂ ਹੈ। ਨਾਨਕ ਕੀ ਅਰਦਾਸ। ਸਾਡੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ। ਆਸਾੜ ਸੁਹੰਦਾ ਤਿਸ ਲੱਗੈ। ਮਹਾਰਾਜ ਕਹਿੰਦੇ ਹਾੜ ਦਾ ਮਹੀਨਾ ਸੋਭਨੀਕ ਉਸ ਜੀਵ ਨੂੰ ਲੱਗਦਾ ਹੈ, ਅਥਵਾ ਉਹਦਾ ਸਾਰਾ ਜ਼ਿੰਦਗੀ ਦਾ ਹੀ ਹਾੜ ਦਾ ਮਹੀਨਾ ਸੋਭਨੀਕ ਹੋ ਜਾਂਦਾ ਹੈ। ਜਿਸ ਮਨ ਹਰ ਚਰਨ ਨਿਵਾਸ। ਜਿਸ ਜੀਵ ਦੇ ਮਨ ਵਿੱਚ ਹਰੀ ਦੇ ਚਰਨਾਂ ਦਾ ਨਿਵਾਸ ਹੋ ਜਾਂਦਾ ਹੈ, ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦੇ ਚਰਨ ਵਸ ਜਾਂਦੇ ਆ। ਚਰਨ ਕਿਹੜੇ? ਸਾਧ ਸੰਗਤ ਜੀ ਹੁਣ ਸਤਿਗੁਰੂ ਜੀ ਦਾ ਸਰੂਪ ਹੈ ਸ਼ਬਦ ਰੂਪ, ਧੰਨ ਗੁਰੂ ਗ੍ਰੰਥ ਸਾਹਿਬ ਜੀ ਸਰੂਪ। ਇਸ ਕਰਕੇ ਮਹਾਰਾਜ ਸਾਹਿਬ ਜੀ ਦਾ ਸਰੀਰ ਹੁਣ ਸ਼ਬਦ ਰੂਪ ਹੈ ਤੇ ਸਤਿਗੁਰਾਂ ਦੇ ਚਰਨ ਵੀ ਸ਼ਬਦ ਰੂਪ ਹੀ ਹਨ। ਚਿੱਤ ਚਰਨ ਨਾਮ, ਚਿੱਤ ਵਿੱਚ ਨਾਮ ਦਾ ਵਸਣਾ, ਚਿੱਤ ਵਿੱਚ ਸ਼ਬਦ ਦਾ ਵਸਣਾ, ਸ਼ਬਦ ਦਾ ਅਭਿਆਸ ਕਰਨਾ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਇਹੀ ਮਹਾਰਾਜ ਦੇ ਚਰਨ ਹਨ। ਜਿਸ ਦੇ ਮਨ ਵਿੱਚ ਗੁਰੂ ਕਾ ਸ਼ਬਦ ਵਸ ਜਾਂਦਾ, ਵਾਹਿਗੁਰੂ ਦੇ ਚਰਨ ਵਸ ਜਾਂਦੇ, ਉਹਦਾ ਫਿਰ ਇਹ ਚੜਿਆ ਹੋਇਆ ਹਾੜ ਦਾ ਮਹੀਨਾ ਸਫਲਾ ਹੁੰਦਾ ਹੈ। ਇਹ ਸਤਿਗੁਰੂ ਜੀ ਨੇ ਕਿਰਪਾ ਕੀਤੀ, ਪਵਿੱਤਰ ਉਪਦੇਸ਼ ਬਖਸ਼ਿਆ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰਕੇ ਫਤਿਹ ਬੁਲਾਈਏ ਜੀ। ਕਰ ਕਿਰਪਾ ਪ੍ਰਭ ਆਪਣੀ। ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ। ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।